ਜਸਟਿਨ ਟਰੂਡੋ ने ये गल अपने कंट्री दे विच कही है कि साडियां कोई एजेंसीज़ या साडी गवर्नमेंट या साडियां कोई होर इंस्टीट्यूशन जिहड़े हैगे हैं वो उत्थे होने वालियां हत्यावां दे पिछे हैगे हैं तां उन्हां नूं उहदे बारे बजाय इसदे कि सिर्फ बयानबाजी करन एविडेंस तत्थ सामने लिया के फिर गल करनी चाहिए है। Over the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. सर ਜਿਹੜਾ ਬਿਆਨ ਆਇਆ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤ ਉੱਤੇ ਜਿਹੜਾ ਵੱਡਾ ਇਲਜ਼ਾਮ ਲਗਾਇਆ ਗਿਆ ਹੈ? देखो ये ਜਿਹੜਾ ਬਿਆਨ ਹੈ ਨਾ ਇਹਦੇ ਪਿੱਛੇ कोई तथ्य कोई बैकग्राउंड कोई इन्वेस्टिगेशन कोई कुछ नहीं है। सिर्फ ये कहता है कि इंडिया ਦੀਆਂ ਏਜੰਸੀਜ਼ या इंडिया ਜਿਹੜਾ ਹੈਗਾ ਇਸ ਜਿਹੜੀ ਹੱਤਿਆ ਹੈਗੀ ਉਹਦੇ ਪਿੱਛੇ ਸੀਗਾ। ਪ੍ਰਧਾਨ ਮੰਤਰੀ ਕੈਨੇਡਾ ਦੇ ਕਹਿੰਦੇ ਨੇ ਕਿ ਤੁਸੀਂ ਸਿੱਖ ਜਿਹੜਾ ਵਾ ਆਗੂ ਨੂੰ ਇਸ ਤਰ੍ਹਾਂ ਮਾਰਨਾ ਜਿਹੜਾ ਸਹੀ ਨਹੀਂ ਸੀਗਾ। G20 ਦਾ ਮਤਲਬ ਹੈ ਕਿ ਆਰਥਿਕ ਸਬੰਧ ਜਿਹੜੇ ਹੈਗੇ ਮਜ਼ਬੂਤ ਕਰਨੇ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੇ G20 ਦਾ ਹਿੱਸਾ ਹਨ, ਜਿਹਦੇ ਵਿੱਚ 19 ਕੰਟਰੀਜ਼ ਹੈ ਤੇ 20ਵੀਂ ਜਿਹੜੀ ਹੈਗੀ ਯੂਰਪੀਅਨ ਯੂਨੀਅਨ। 4% ਆਬਾਦੀ ਜਿਹੜੀ ਹੈਗੀ ਉੱਥੇ ਇੰਡੀਅਨ ਹੈ, ਖਾਸ ਤੌਰ ਪਰ ਪੰਜਾਬੀ, ਔਰ ਪੰਜਾਬੀ ਸਭ ਦੂਸਰੀ ਵੱਡੀ ਭਾਸ਼ਾ ਜਿਹੜੀ ਉੱਥੇ ਬੋਲੀ ਜਾਂਦੀ ਹੈ ਕੈਨੇਡਾ ਦੇ ਵਿੱਚ। ਤਾਂ ਉੱਥੇ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਰਨ ਤੋਂ ਪਹਿਲਾਂ ਤੱਥ ਜਿਹੜੇ ਹੈਗੇ ਆ ਐਵੀਡੈਂਸ ਜਿਹੜੀ ਹੈਗੀ ਆ ਉਹ ਸਾਹਮਣੇ ਰੱਖਣੀ ਚਾਹੀਦੀ ਸੀਗੀ। ਉਹਨਾਂ ਦੇ ਕੈਨੇਡਾ ਦੇ ਵਿੱਚ ਵੀ ਜਸਟਿਨ ਟਰੂਡੋ ਦੇ ਇਸ ਬਿਹੇਵੀਅਰ ਦੇ ਉੱਪਰ ਔਰ ਸਾਰੇ ਉੱਪਰ ਕਾਫੀ ਆਲੋਚਨਾ ਹੋਈ, ਆਪੋਜੀਸ਼ਨ ਨੇ ਕੀਤੀ। ਅਗਰ ਕੋਈ ਵੀ ਕੰਟਰੀ ਦਾ ਹੈਡ ਦੂਸਰੇ ਕੰਟਰੀ ਦੇ ਉੱਪਰ ਕੋਈ ਇਲਜ਼ਾਮ ਲਾਉਂਦਾ ਹੈ ਤਾਂ ਉਹ ਸਾਰੇ ਫੈਕਟਸ ਸਾਹਮਣੇ ਲਿਆ ਕੇ ਇਲਜ਼ਾਮ ਲਾਉਣਾ ਚਾਹੀਦਾ। ਕੁਐਸਚਨ ਦਾ ਸਭ ਤੋਂ ਬੜਾ ਹੈਗਾ ਕਿ ਜਦ ਦੋਨਾਂ ਕੰਟਰੀਜ਼ ਦੇ ਵਿੱਚ ਆਪਸ ਦੇ ਅੰਦਰੋਂ ਜਿਹੜਾ ਹੈਗਾ ਉਬਾਲ ਉੱਠ ਰਿਹਾ ਹੋਵੇ ਔਰ ਪਹਿਲਾਂ ਤੋਂ ਹੀ ਹਾਲਾਤ ਖਰਾਬ ਚੱਲ ਰਹੇ ਹੋਣ ਔਰ ਹੋਰ ਜ਼ਿਆਦਾ ਖਰਾਬ ਹੋ ਗਏ ਹੋਣ। G20 ਦੇ ਵਿੱਚ ਦੋਨਾਂ ਦੀਆਂ ਵਾਈਬਸ ਹੀ ਬੜੀਆਂ ਕੋਲਡ ਵਾਈਬਸ ਹੁੰਦੀਆਂ। ਡਿਪਲੋਮੇਸੀ ਦੇ ਵਿੱਚ ਤੁਸੀਂ ਕਿੰਨੀ ਗਰਮਜੋਸ਼ੀ ਨਾਲ ਇੱਕ ਦੂਸਰੇ ਨਾਲ ਮਿਲਦੇ ਹੋ, ਕਿੰਨਾ ਕੋਲਡ ਢੰਗ ਦੇ ਨਾਲ ਇੱਕ ਦੂਸਰੇ ਨਾਲ ਮਿਲਦੇ ਹੋ, ਕਿੰਨਾ ਚਿਰ ਗੱਲ ਕਰਦੇ ਹੋ ਇੱਕ ਦੂਸਰੇ ਨਾਲ, ਤੁਸੀਂ ਇੱਕ ਦੂਸਰੇ ਨੂੰ ਕਿਵੇਂ ਇਗਨੋਰ ਕਰਦੇ ਹੋ, ਹੱਥ ਮਿਲਾਉਣੇ ਹੋ ਨਹੀਂ ਮਿਲਾਉਣੇ, ਹਰ ਚੀਜ਼ ਦਾ ਮੀਨਿੰਗ ਹੁੰਦਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਬਿਆਨ ਦਿੱਤਾ ਗਿਆ ਆਪਣੀ ਪਾਰਲੀਮੈਂਟ ਦੇ ਵਿੱਚ, ਵੱਡਾ ਬਿਆਨ ਦਿੱਤਾ ਗਿਆ ਕਿ ਭਾਰਤ ਦੇ ਏਜੰਸੀਆਂ ਵੱਲੋਂ ਕੈਨੇਡਾ ਦੇ ਵਿੱਚ ਨਿੱਜਰ ਦਾ ਜਿਹੜਾ ਕਤਲ ਹੈ ਉਹ ਕਰਵਾਇਆ ਗਿਆ। ਤੇ ਨਿੱਜਰ ਕੌਣ ਹੈ ਕਿ ਨਿੱਜਰ ਭਾਰਤ ਦੇ ਵੱਲੋਂ ਜੋ ਗੱਲ ਕਹੀ ਜਾਂਦੀ ਹੈ, ਭਾਰਤ ਵੱਲੋਂ ਜੋ ਇਲਜ਼ਾਮ ਨੇ ਕਿ ਉਹ ਖਾਲਿਸਤਾਨੀ ਹੈ, ਖਾਲਿਸਤਾਨੀ ਸਮਰਥਕ ਹੈਗਾ ਜੋ ਉੱਥੇ ਕੈਨੇਡਾ ਦੇ ਵਿੱਚ ਬੈਠ ਕੇ ਆਪਣਾ ਹਥਿਆਰ ਜਿਹੜੇ ਨੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੂੰ ਸਪਲਾਈ ਕਰਦਾ ਹੈ। ਤੇ ਹਥਿਆਰ ਤੋਂ ਇਲਾਵਾ ਤੇ ਜਿਹੜੇ ਹੋਰ ਅਸਲੇ ਨੇ, ਜੇਕਰ ਨਸ਼ੇ ਦੀ ਤਸਕਰੀ ਕਹੀਏ ਜਾਂ ਹੋਰ ਚੀਜ਼ਾਂ ਦੀ ਗੱਲ ਕਰੀਏ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਿੱਜਰ ਪ੍ਰੋਵਾਈਡ ਕਰਵਾਉਂਦਾ ਸੀਗਾ, ਮੁਹੱਈਆ ਕਰਵਾਉਂਦਾ ਸੀਗਾ। ਤਾਂ ਉੱਥੇ ਹੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਉਹ ਸਿੱਖ ਸਮਰਥਨ ਸੀ, ਸਿੱਖ ਆਗੂ ਸੀ। ਸਿੱਖ ਦੇ ਆਗੂ ਦੇ ਉੱਤੇ ਭਾਰਤ ਦੀ ਏਜੰਸੀਆਂ ਵੱਲੋਂ ਹਮਲਾ ਕਰਵਾਇਆ ਗਿਆ ਤੇ ਉਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਥੇ ਹੀ ਭਾਰਤ ਵੱਲੋਂ ਇਲਜ਼ਾਮਾਤ ਜਿਹੜੇ ਨੇ ਉਹ ਲਗਾਏ ਗਏ ਨੇ ਕਿ ਕੈਨੇਡਾ ਦੇ ਵਿੱਚ ਜੋ ਇੱਥੇ ਅੱਤਵਾਦੀ ਜਿਹੜੇ ਨੇ ਇੰਡੀਆ ਤੋਂ ਕੈਨੇਡਾ ਵਿੱਚ ਜਾਂਦੇ ਨੇ ਤੇ ਉੱਥਾਂ ਕੈਨੇਡਾ ਦੇ ਵਿੱਚ ਉਹਨਾਂ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਇਹ ਆਰੋਪ ਜਿਹੜੇ ਨੇ ਪਹਿਲੇ ਕੈਨੇਡਾ ਵੱਲੋਂ ਲੱਗਦੇ ਨੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲੱਗਦੇ ਨੇ ਤੇ ਉਸ ਤੋਂ ਬਾਅਦ ਹੀ ਜਵਾਬ ਦੇ ਵਿੱਚ ਭਾਰਤ ਵੱਲੋਂ ਇਹ ਜਵਾਬ ਜਾਂਦਾ ਹੈ ਕਿ ਅੱਤਵਾਦੀਆਂ ਨੂੰ ਸ਼ਰਨ ਦੇਣੀ ਬੰਦ ਕਰੋ। ਤਾਂ ਉੱਥੇ ਹੀ ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੁਹੰਮਦ ਖਾਲਿਦ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਸਰ ਇਹ ਜਿਹੜਾ ਬਿਆਨ ਆਇਆ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤ ਉੱਤੇ ਜਿਹੜਾ ਵੱਡਾ ਇਲਜ਼ਾਮ ਲਗਾਇਆ ਗਿਆ? ਦੇਖੋ ਇਹ ਜਿਹੜਾ ਬਿਆਨ ਹੈ ਨਾ ਇਹਦੇ ਪਿੱਛੇ ਕੋਈ ਤੱਥ ਕੋਈ बैकग्राउंड कोई इन्वेस्टिगेशन कोई कुछ नहीं है। सिर्फ ये कहता है कि इंडिया ਦੀਆਂ ਏਜੰਸੀਜ਼ या इंडिया ਜਿਹੜਾ ਹੈਗਾ ਇਸ ਜਿਹੜੀ ਹੱਤਿਆ ਹੈਗੀ ਉਹਦੇ ਪਿੱਛੇ ਸੀਗਾ। ਕਿਸੇ ਵੀ ਪ੍ਰਾਈਮ ਮਿਨਿਸਟਰ ਨੂੰ ਔਰ ਕੈਨੇਡਾ ਵਰਗੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ, ਕੈਨੇਡਾ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਜੀਓਗ੍ਰਾਫਿਕਲੀ, ਟੈਰੀਟਰੀ ਵਾਈਜ਼, ਔਰ 4% ਆਬਾਦੀ ਜਿਹੜੀ ਹੈਗੀ ਉੱਥੇ ਇੰਡੀਅਨ ਹੈ, ਖਾਸ ਤੌਰ ਪਰ ਪੰਜਾਬੀ, ਔਰ ਪੰਜਾਬੀ ਸਭ ਦੂਸਰੀ ਵੱਡੀ ਭਾਸ਼ਾ ਜਿਹੜੀ ਉੱਥੇ ਬੋਲੀ ਜਾਂਦੀ ਹੈ ਕੈਨੇਡਾ ਦੇ ਵਿੱਚ। ਤਾਂ ਉੱਥੇ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਰਨ ਤੋਂ ਪਹਿਲਾਂ ਤੱਥ ਜਿਹੜੇ ਹੈਗੇ ਆ, ਐਵੀਡੈਂਸ ਜਿਹੜੀ ਹੈਗੀ ਆ ਉਹ ਸਾਹਮਣੇ ਰੱਖਣੀ ਚਾਹੀਦੀ ਸੀਗੀ।
ਕੋਈ ਐਵੀਡੈਂਸ ਨਹੀਂ, ਕੋਈ ਤੱਥ ਨਹੀਂ, ਸਿਰਫ ਇੰਨੀ ਗੱਲ ਕਹਿਤੀ ਪਤਾ ਨਹੀਂ ਕਿਹੜੀ ਏਜੰਸੀ ਨੇ ਉਹਨਾਂ ਦੀ ਨੇ ਇਨਵੈਸਟੀਗੇਸ਼ਨ ਕੀਤਾ ਹੈ ਜਾਂ ਨਹੀਂ ਕੀਤਾ। ਇਹ ਸਾਰਾ ਕੁਝ ਅਗਰ ਤੁਸੀਂ ਪਬਲਿਕ ਡੋਮੇਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹੋ ਜਿਹਦੇ ਕਿ ਦੂਰਗਾਮੀ ਨਤੀਜੇ ਹੋ ਸਕਦੇ ਹੈ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ, ਤਾਂ ਉਹ ਠੀਕ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਜਿਹੜੀ ਬੈਕਗਰਾਉਂਡ ਹੈ ਉਹ ਹੈਗੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਰੱਸਾਕਸ਼ੀ ਚੱਲ ਰਹੀ ਹੈ, ਕਸ਼ਮਕਸ਼ ਚੱਲ ਰਹੀ ਹੈ ਪਿਛਲੇ ਕੁਝ ਸਾਲ ਤੋਂ। ਖਾਸ ਤੌਰ ਪਰ ਜਿਵੇਂ ਕਿ ਜਸਟਿਨ ਟਰੂਡੋ ਅਸਲ 'ਚ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਨੂੰ ਉੱਥੇ ਦਾ ਜਿਹੜਾ ਪੰਜਾਬੀ ਡਾਇਸਪੋਰਾ ਹੈ ਉਹਦੀਆਂ ਅੱਖਾਂ ਦੇ ਵਿੱਚੋਂ ਦੇਖ ਰਹੇ ਹਾਂ, ਉਹਨਾਂ ਦੀ ਪ੍ਰਿਜ਼ਮ ਦੇ ਵਿੱਚੋਂ ਦੇਖ ਰਹੇ ਹਾਂ, ਜਿਹੜਾ ਕਿ ਠੀਕ ਨਹੀਂ ਹੈ। ਗੱਲ ਇਹ ਹੈਗੀ ਹੈ ਕਿ ਜਸਟਿਨ ਟਰੂਡੋ ਦਾ ਜਿਹੜਾ ਪੰਜਾਬੀ ਵਰਗ ਹੈ ਉਹ ਕਾਫੀ ਜ਼ਿਆਦਾ ਹਮਾਇਤ ਕਰਦਾ ਹੈ ਇਲੈਕਸ਼ਨਸ ਦੇ ਵਿੱਚ, ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਇਹ ਗੱਲ ਹੋ ਰਹੀ ਹੈ। ਲੇਕਿਨ ਅਗਰ ਇਸ ਤਰ੍ਹਾਂ ਦੀ ਕੋਈ ਉਹ ਇਹ ਗੱਲ ਕਹਿੰਦੇ ਹੈ ਕਿ ਇੰਡੀਆ ਜਿਹੜਾ ਹੈਗਾ ਸਾਡੇ ਇੰਟਰਨਲ ਮਾਮਲਿਆਂ 'ਚ ਇੰਟਰਫੇਅਰ ਕਰਦਾ, ਔਰ ਇੰਡੀਆ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੇ ਐਂਟੀ ਇੰਡੀਆ ਐਲੀਮੈਂਟਸ ਕੈਨੇਡਾ ਦੇ ਵਿੱਚ ਹੈਗੇ ਹੈ, ਕੋਈ ਉੱਥੇ ਉਹ ਕਰਵਾ ਰਿਹਾ ਰੈਫਰੈਂਡਮ ਕਰਵਾ ਰਿਹਾ ਹੈ ਕਿ ਖਾਲਿਸਤਾਨ ਦਾ, ਕੋਈ ਖਾਲਿਸਤਾਨ ਦੇ ਨਾਅਰੇ ਲਾ ਰਿਹਾ ਹੈ, ਕੋਈ ਜਿਹੜਾ ਇੰਡੀਆ ਦਾ ਇਹ ਹੈਗਾ ਹਾਈ ਕਮਿਸ਼ਨ ਹੈ ਉਹਦੇ ਉੱਪਰ ਅਟੈਕ ਹੋਣਾ ਹੈ, ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਨ। ਦੋਨੇ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਾ ਰਹੇ ਹੈ। ਇਹੀ ਇੰਡੀਆ ਕਹਿ ਰਿਹਾ ਹੈ ਕਿ ਤੁਸੀਂ ਲਗਾਮ ਪਾਓ ਉਹਨਾਂ ਨੂੰ, ਔਰ ਕੈਨੇਡਾ ਕਹਿ ਰਿਹਾ ਤੁਸੀਂ ਸਾਡੇ ਇੰਟਰਨਲ ਮਾਮਲਿਆਂ 'ਚ ਇੰਟਰਫੇਅਰ ਕਰਦੇ ਹੋ। ਇਹ ਇੱਕ ਪਿਛਲੀ ਬੈਕਗਰਾਉਂਡ ਹੈ ਜਿਹਦੇ ਪਿੱਛੇ ਤੁਸੀਂ ਰੀਸੈਂਟਲੀ ਦੇਖੋ ਇੱਕ ਟ੍ਰੇਡ ਐਗਰੀਮੈਂਟ ਹੋਣਾ ਸੀਗਾ, ਉਹ ਟ੍ਰੇਡ ਐਗਰੀਮੈਂਟ ਵੀ ਕੈਂਸਲ ਨਹੀਂ ਹੋਇਆ, ਲੇਕਿਨ ਉਹਨਾਂ ਨੂੰ ਪੁੱਟ ਆਫ ਕਰਤਾ ਕਿ ਨਹੀਂ ਅਸੀਂ ਹਜੇ ਨਹੀਂ ਕਰਦੇ, ਦੇਖਾਂਗੇ। ਕਹਿੰਦੇ ਨੇ ਕਿ ਜਦੋਂ G20 ਸਮਿਟ ਜਦੋਂ ਹੋਇਆ ਸੀਗਾ ਤਾਂ ਉਸ ਦੇ ਦੌਰਾਨ ਜਸਟਿਨ ਟਰੂਡੋ ਵੀ ਇੱਥੇ ਪਹੁੰਚੇ ਸੀਗੇ, G20 ਦਾ ਹਿੱਸਾ ਬਣੇ ਸੀ, ਤਾਂ ਜਿਹਦੇ ਵਿੱਚ ਵਿਵਸਾਏ ਨੂੰ ਲੈ ਕੇ ਵੀ ਜਿਹੜੀ ਗੱਲਾਂ ਹੋਈ ਸੀਗੀਆਂ ਤੇ ਉਸ ਵਿਵਸਾਏ ਦੀ ਗੱਲਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਉਸ ਕੋਈ ਮਤਲਬ ਉਹਨੂੰ ਪੂਰੇ ਤਰੀਕੇ ਦੇ ਨਾਲ ਸਪਸ਼ਟੀਕਰਨ ਜਿਹੜਾ ਉਹਨਾਂ ਦਾ ਨਹੀਂ ਦਿੱਤਾ ਗਿਆ ਸੀ ਵੀ ਇਹਦੇ ਉੱਤੇ ਜਿਹੜਾ ਕੰਮ ਕਰਾਂਗੇ ਜਾਂ ਨਹੀਂ ਕਰਾਂਗੇ। ਤੇ ਜਿਸ ਤੋਂ ਬਾਅਦ ਉਹ ਆਪਣੀ ਸੰਸਦ ਵਿੱਚ ਜਾਂਦੇ ਨੇ, ਆਪਣੇ ਜੋ ਦੇਸ਼ ਜਾਂਦੇ ਨੇ, ਸੰਸਦ ਵਿੱਚ ਇਹ ਵੱਡਾ ਬਿਆਨ ਦੇ ਦਿੰਦੇ ਨੇ। ਕੀ ਲੱਗਦਾ? ਦੇਖੋ ਇੱਦਾਂ ਹੈ ਕਿ ਜਸਟਿਨ ਟਰੂਡੋ ਜਿਸ ਵੇਲੇ ਇੱਥੇ ਆਏ ਸੀਗੇ G20 ਦੀ ਮੀਟਿੰਗ ਦੇ ਵਿੱਚ, ਉਸ ਵੇਲੇ ਵੀ ਉਹ ਜ਼ਿਆਦਾਤਰ ਇਕੱਲੇ ਹੀ ਰਹੇ ਸੀਗੇ, ਔਰ ਜਿਹੜਾ ਰਾਸ਼ਟਰਪਤੀ ਦਾ ਭੋਜ ਸੀਗਾ, ਸਰਕਾਰੀ ਭੋਜ, ਉਹਦੇ ਵਿੱਚ ਵੀ ਉਹ ਸ਼ਾਮਲ ਨਹੀਂ ਹੋਏ ਸੀਗੇ, ਔਰ ਜ਼ਿਆਦਾਤਰ ਉਹ ਆਪਣੇ ਕਮਰੇ ਤੱਕ ਸੀਮਿਤ ਰਹੇ ਜਾਂ ਆਪਣੀਆਂ ਗਤੀਵਿਧੀਆਂ 'ਚ ਰਹੇ, ਲੇਕਿਨ ਉਹਨਾਂ ਨੇ ਇੰਨਾ ਜ਼ਿਆਦਾ ਇੰਟਰਸਟ ਜਿਹੜਾ ਹੈਗਾ G20 ਦੇ ਵਿੱਚ ਨਹੀਂ ਦਿਖਾਇਆ। ਇਹਦਾ ਮਤਲਬ ਇਹ ਹੈਗਾ ਕਿ ਇੱਕ ਡਿਪਲੋਮੈਟਿਕਲੀ ਅਗਰ ਆਪਾਂ ਦੇਖੀਏ ਤਾਂ ਦੋਨਾਂ ਕੰਟਰੀਜ਼ ਦੇ ਵਿੱਚ ਖਟਾਸ ਜਿਹੜੀ ਹੈਗੀ ਉਹ ਚੱਲ ਹੀ ਰਹੀ ਹੈ, ਜਿਹੜੀ ਕਿ ਬਿਲਕੁਲ ਵਿਜ਼ੀਬਲ ਹੈ। ਦੋਨਾਂ ਪ੍ਰਧਾਨ ਮੰਤਰੀਆਂ ਦੇ ਇੱਕ ਦੂਸਰੇ ਨਾਲ ਜਿਹੜਾ ਹੱਥ ਮਿਲਾਉਣਾ, ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨੀ। ਜਸਟਿਨ ਟਰੂਡੋ ਜਿਵੇਂ ਅਮਰੀਕਾ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਇੱਕ 1-to-1 ਟਾਕ ਹੋਈ ਹੈ, ਇਸ ਤਰ੍ਹਾਂ ਦੀ ਕੋਈ ਟਾਕ ਵੀ ਕੈਨੇਡਾ ਦੇ ਨਾਲ ਨਹੀਂ ਹੋਈ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਨਾਲ, ਬਲਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨਾਲ ਸਿਰਫ ਜਿਵੇਂ ਕਿ ਸਾਈਡ ਦੇ ਉੱਪਰ ਲਿਜਾ ਕੇ ਕੋਈ ਗੱਲ ਕੀਤੀ ਜਾਂਦੀ ਹੈ, ਬਸ ਇਸ ਤਰ੍ਹਾਂ ਹੋਈ। ਉਹਦੇ ਵਿੱਚ ਵੀ ਅਲੱਗ-ਅਲੱਗ ਆਈਆਂ ਵਿਊ ਪੁਆਇੰਟਸ। ਕੁਝ ਲੋਕਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਉਹਨੂੰ ਕਾਫੀ ਸਖਤ ਲਫ਼ਜ਼ਾਂ ਦਾ ਇਸਤੇਮਾਲ ਕੀਤਾ। ਉਹਨਾਂ ਦੇ ਕੈਨੇਡਾ ਦੇ ਵਿੱਚ ਵੀ ਜਸਟਿਨ ਟਰੂਡੋ ਦੇ ਇਸ ਬਿਹੇਵੀਅਰ ਦੇ ਉੱਪਰ ਔਰ ਸਾਰੇ ਉੱਪਰ ਕਾਫੀ ਆਲੋਚਨਾ ਹੋਈ, ਆਪੋਜੀਸ਼ਨ ਨੇ ਕੀਤੀ। ਇੱਥੋਂ ਜਾਂਦੇ ਸਾਰ ਇਹ ਬਿਆਨ ਦੇਣਾ ਔਰ ਨਾਲ ਤੱਥ ਨਾ ਰੱਖਣਾ, ਇਹ ਚੀਜ਼ ਗਲਤ ਹੈ। ਅਗਰ ਕੋਈ ਵੀ ਕੰਟਰੀ ਦਾ ਹੈਡ ਦੂਸਰੇ ਕੰਟਰੀ ਦੇ ਉੱਪਰ ਕੋਈ ਇਲਜ਼ਾਮ ਲਾਉਂਦਾ ਹੈ ਤਾਂ ਉਹ ਸਾਰੇ ਫੈਕਟਸ ਸਾਹਮਣੇ ਲਿਆ ਕੇ ਇਲਜ਼ਾਮ ਲਾਉਣਾ ਚਾਹੀਦਾ ਕਿ ਵੀ ਸਾਡੀ ਜਿਹੜੀਆਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀਜ਼ ਆ ਉਹਨਾਂ ਦੇ ਜਿਹੜੇ ਹੋਰ ਕੋਈ ਡਿਪਾਰਟਮੈਂਟਸ ਹੈ ਗੁਪਤਚਰ, ਉਹਨਾਂ ਦੇ ਕੀ ਫਾਈਂਡਿੰਗਸ ਕੀਤੀਆਂ, ਉਹ ਫਾਈਂਡਿੰਗ ਸਾਹਮਣੇ ਲਿਆ ਕੇ ਬੰਦਿਆਂ ਦੇ ਨਾਂ ਦੱਸਣ, ਕਿਹਨੇ ਕੋਈ ਅਗਰ ਕੰਸਪੀਰੇਸੀ ਹੈਚ ਕੀਤੀ, ਕਿਵੇਂ ਕੀਤੀ, ਉਹ ਸਾਰਾ ਕੁਝ ਨਹੀਂ ਹੈ। ਜਿਸ ਸਿਰਫ ਇਲਜ਼ਾਮ ਲੱਗਿਆ, ਲੇਕਿਨ ਉਹਦੇ ਨਾਲ ਰਿਸ਼ਤੇ ਜਿਹੜੇ ਹੈਗੇ ਆ ਹੋਰ ਜ਼ਿਆਦਾ ਡਾਊਨ ਚਲੇ ਗਏ ਜੀ ਦੋਨਾਂ ਕੰਟਰੀਜ਼ ਦੇ। ਇੱਕ ਪਾਸੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਲਗਾਤਾਰ ਸੁਰੱਖਿਆ ਦੇ ਵਿੱਚ ਇਹ ਜ਼ਰੂਰ ਬਿਆਨ ਦਿੰਦਾ ਹੈ ਕਿ ਅਸੀਂ ਵਿਵਸਾਏ ਨੂੰ ਲੈ ਕੇ ਬੜਾ ਵੱਡਾ ਜਿਹੜਾ ਉਪਰਾਲਾ ਕਰ ਰਹੇ ਹਾਂ, ਦੇਸ਼ਾਂ ਵਿਦੇਸ਼ਾਂ ਦੇ ਨਾਲ ਜਿਹੜਾ ਚਰਚਾਵਾਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਤੇ ਉਸ 'ਤੇ ਹੀ ਇਸ ਤਰ੍ਹਾਂ ਦੇ ਜਿਹੜੇ ਬਿਆਨ ਆਉਣੇ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਕਿ ਭਾਰਤ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਦੇਸ਼ ਦਰੋਹੀਆਂ ਨੂੰ ਪਨਾਹ ਦਿੰਦੇ ਹੈਗੇ ਹੋ, ਤੇ ਉੱਥੇ ਹੀ ਜਿਹੜੋ ਪ੍ਰਧਾਨ ਮੰਤਰੀ ਕੈਨੇਡਾ ਦੇ ਕਹਿੰਦੇ ਨੇ ਕਿ ਤੁਸੀਂ ਸਿੱਖ ਜਿਹੜਾ ਵਾ ਆਗੂ ਨੂੰ ਇਸ ਤਰ੍ਹਾਂ ਮਾਰਨਾ ਜਿਹੜਾ ਸਹੀ ਨਹੀਂ ਸੀਗਾ।
ਦੇਖੋ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਪ੍ਰਾਈਮ ਮਿਨਿਸਟਰ ਔਰ ਦੋਨਾਂ ਪ੍ਰਾਈਮ ਮਿਨਿਸਟਰਸ ਦੇ ਵਿੱਚ ਗੱਲਬਾਤ ਜਿਹੜੀ ਹੋਣੀ ਚਾਹੀਦੀ ਸੀ, G20 ਦਾ ਮਤਲਬ ਕੀ ਸੀਗਾ? G20 ਦਾ ਮਤਲਬ ਹੈ ਕਿ ਆਰਥਿਕ ਸਬੰਧ ਜਿਹੜੇ ਹੈਗੇ ਮਜ਼ਬੂਤ ਕਰਨੇ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੇ G20 ਦਾ ਹਿੱਸਾ ਹਨ, ਜਿਹਦੇ ਵਿੱਚ 19 ਕੰਟਰੀਜ਼ ਹੈ ਤੇ 20ਵੀਂ ਜਿਹੜੀ ਹੈਗੀ ਯੂਰਪੀਅਨ ਯੂਨੀਅਨ ਹੈ। ਉਹ ਬਜਾਏ ਇਸ ਦੇ ਕਿ ਤੁਸੀਂ ਆਰਥਿਕ ਜਾਂ ਟ੍ਰੇਡ ਰਿਲੇਸ਼ਨਸ ਜਾਂ ਵਿਵਸਾਏ ਦੇ ਸਬੰਧ ਜਿਹੜੇ ਹੈਗੇ ਆ ਉਹਨਾਂ ਨੂੰ ਮਜ਼ਬੂਤ ਕਰੋ, ਤੁਸੀਂ ਦੂਸਰੇ ਪਾਸੇ ਤੁਰ ਪਏ ਜਿਹਦੇ ਨਾਲ ਰਿਲੇਸ਼ਨ ਜਿਹੜੇ ਹੈਗੇ ਆ ਵਿਗੜਨਗੇ, ਖਰਾਬ ਹੋਣਗੇ ਔਰ ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਜਿਹੜਾ ਸਾਡੇ ਕੰਟਰੀ ਦੇ ਵਿੱਚੋਂ ਮਾਈਗ੍ਰੇਸ਼ਨਸ ਹੋ ਰਹੀਆਂ ਕੈਨੇਡਾ ਨੂੰ ਉਹਦੇ ਉੱਪਰ ਵੀ ਪਏਗਾ, ਕੈਨੇਡਾ ਦੀ ਵੀਜ਼ਾ ਪੋਲਿਸੀ ਦੇ ਉੱਪਰ ਵੀ ਪੈ ਸਕਦਾ, ਕੱਲ੍ਹ ਨੂੰ ਜਿਹੜੇ ਟ੍ਰੇਡ ਰਿਲੇਸ਼ਨਸ ਹੈ ਉਹਨਾਂ ਦੇ ਉੱਪਰ ਵੀ ਪੈ ਸਕਦਾ, ਕਿਉਂਕਿ ਕੈਨੇਡਾ ਜਿਹੜਾ ਹੈਗਾ ਇੰਡੀਆ ਦਾ 10ਵਾਂ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ। ਅਗਰ ਉਹ ਟ੍ਰੇਡ ਨੈਟਵਰਕ ਘਟਦਾ ਹੈ ਤਾਂ ਉਹਦਾ ਪ੍ਰਭਾਵ ਜਿਹੜਾ ਹੈਗਾ ਦੋਨਾਂ ਕੰਟਰੀਜ਼ ਦੇ ਅਰਥ ਵਿਵਸਥਾ 'ਤੇ ਵੀ ਪਏਗਾ। ਤਾਂ ਇਹਦੇ ਕਈ ਤਰ੍ਹਾਂ ਦੇ ਇਹਦੀਆਂ ਨੈਗੇਟਿਵ ਇੰਪੈਕਟ ਜਿਹੜਾ ਹੈਗਾ ਹੋ ਸਕਦਾ, ਉਹ ਸੋਸ਼ਲ ਵੀ ਹੈ, ਉਹ ਪੋਲੀਟੀਕਲ ਵੀ ਹੈ, ਉਹ ਇਕਨੋਮਿਕ ਵੀ ਹੈ, ਉਹ ਕਲਚਰਲ ਵੀ ਹੈ, ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਇਹਦਾ ਪ੍ਰਭਾਵ ਨੈਗੇਟਿਵ ਪਏਗਾ ਦੋਨਾਂ ਕੰਟਰੀਜ਼ ਦੇ ਉੱਪਰ। ਇਸ ਕਰਕੇ ਇਸ ਤੋਂ ਪਹਿਲਾਂ ਕਿ ਰਿਲੇਸ਼ਨਸ ਹੋਰ ਜ਼ਿਆਦਾ ਖਰਾਬ ਹੋਣ, ਦੋਨਾਂ ਕੰਟਰੀਜ਼ ਨੂੰ ਬੈਠ ਕੇ ਇਸ ਮਸਲੇ ਦਾ ਪੂਰੇ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿੱਥੇ ਵੀ ਕਿਤੇ ਕੋਈ ਮਿਸਅੰਡਰਸਟੈਂਡਿੰਗਸ ਹੈਗੀਆਂ ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਤਾਂ ਸਰ ਇੱਕ ਪਾਸੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਲੋਕ ਗਏ ਨੇ, ਜਿਹੜੇ ਉੱਥੋਂ ਟੈਰਰਿਜ਼ਮ ਚਲਾ ਰਹੇ ਨੇ, ਉੱਥੋਂ ਇੱਥੇ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਚੀਜ਼ਾਂ ਮੁਹੱਈਆ ਕਰਾਉਂਦੇ ਨੇ, ਜਿਵੇਂ ਹਥਿਆਰ ਮੁਹੱਈਆ ਕਰਾਉਂਦੇ ਨੇ ਜਾਂ ਹੋਰ ਚੀਜ਼ਾਂ ਮੁਹੱਈਆ ਕਰਾਉਂਦੇ ਨੇ। ਤਾਂ ਉੱਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਇਹ ਸਾਡਾ ਡੈਮੋਕ੍ਰੇਟਿਵ ਹੈਗਾ, ਇੱਥੇ ਸਭ ਨੂੰ ਲੋਕਾਂ ਨੂੰ ਬੋਲਣ ਦਾ ਅਧਿਕਾਰ ਹੈ। ਦੇਖੋ, ਬੋਲਣ ਦਾ ਅਧਿਕਾਰ ਹੋਣਾ ਹੋਰ ਚੀਜ਼ ਹੈ ਕਿ ਕਿਸੇ ਵੀ ਕੰਟਰੀਜ਼ ਦੇ ਵਿੱਚ, ਕਿਉਂਕਿ ਡੈਮੋਕ੍ਰੈਟਿਕ ਕੰਟਰੀਜ਼ ਹੈ, ਉੱਥੇ ਫਰੀडम ਆਫ ਸਪੀਚ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਕੁਝ ਵੀ ਤੁਸੀਂ ਬੋਲ ਸਕਦੇ ਹੋ। ਲੇਕਿਨ ਅਗਰ ਉਹ ਵਾਇਲੈਂਸ ਦਾ ਰੂਪ ਅਖਤਿਆਰ ਕਰਦਾ, ਕਿਉਂਕਿ ਜਦੋਂ ਉੱਥੇ ਖਾਲਿਸਤਾਨ ਦੀ ਅਗਰ ਗੱਲ ਕਰੀਏ, ਜਦੋਂ ਖਾਲਿਸਤਾਨ ਦੇ ਨਾਅਰੇ ਲੱਗਦੇ ਨੇ ਜਾਂ ਫਿਰ ਉੱਥੇ ਕਿਸੇ ਤਰ੍ਹਾਂ ਦਾ ਐਕਟੀਵਿਟੀ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਇੱਥੇ ਆਮ ਜਿਹੜਾ ਹਰ ਇੱਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਹੈਗਾ, ਲੋਕੀ ਆਪਣੀ ਗੱਲ ਰੱਖ ਸਕਦੇ ਨੇ, ਆਪਣਾ ਹਰ ਇੱਕ ਤਰੀਕੇ ਦੇ ਨਾਲ ਕੰਮ ਕਰ ਸਕਦੇ। ਇਹ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਇੰਗਲੈਂਡ ਦੇ ਵਿੱਚ ਵੀ ਆ ਰਹੀ ਹੈ, ਇੰਗਲੈਂਡ ਦੇ ਵਿੱਚ ਵੀ। ਔਰ ਇੱਕ ਹੋਰ ਗੱਲ ਹੈ, ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿੰਨੇ ਵੀ ਪੰਜਾਬੀ ਹੈ, ਜਿੰਨੇ ਵੀ ਲੋਕ ਉੱਥੇ ਹੈਗੇ ਆ ਉਹੀ ਕੰਮ ਕਰ ਰਹੇ ਹੈ। ਉਹ ਬਹੁਤ ਛੋਟਾ ਜਿਹਾ ਗਰੁੱਪ ਹੈ। ਉਹ ਛੋਟੇ ਜਿਹੇ ਗਰੁੱਪ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਉਹੀ ਕਰ ਰਿਹਾ। ਇਸ ਕਰਕੇ ਉਹ ਜਿਹੜਾ ਛੋਟਾ ਜਿਹਾ ਗਰੁੱਪ ਹੈ, ਜਿਹਦੀ ਵਜ੍ਹਾ ਕਰਕੇ ਰਿਲੇਸ਼ਨਸ ਖਰਾਬ ਹੋ ਰਹੇ ਹੈ ਜਾਂ ਜਿਹਦੀ ਵਜ੍ਹਾ ਕਰਕੇ ਚਾਹੇ ਖਾਲਿਸਤਾਨੀ ਐਲੀਮੈਂਟ ਹੈ, ਚਾਹੇ ਕੋਈ ਐਂਟੀ ਇੰਡੀਆ ਐਕਟੀਵਿਟੀ ਹੈ। ਫੋਰ ਐਗਜ਼ਾਮਪਲ, ਰੀਸੈਂਟਲੀ ਪੰਜਾਬ ਦੇ ਵਿੱਚ ਜਿਹੜੀਆਂ ਕਿਲਿੰਗਸ ਕਈ ਇਸ ਤਰ੍ਹਾਂ ਦੀਆਂ ਹੋਈਆਂ ਜਿਹਦੇ ਵਿੱਚ ਉਹ ਕਹਿੰਦੇ ਜੀ ਡਾਇਰੈਕਸ਼ਨ ਜਿਹੜੀ ਸੀਗੀ ਕੈਨੇਡਾ ਤੋਂ ਆਈ ਸੀਗੀ। ਇਹਦਾ ਮਤਲਬ ਜਿਹੜੇ ਗੁੰਡਾ ਅਨਸਰ ਐਲੀਮੈਂਟ ਹੈ, ਜਿਹੜੇ ਗੈਂਗਸਟਰਸ ਹੈ, ਉਹ ਕੈਨੇਡਾ ਦੇ ਵਿੱਚ ਹੈ। ਕੈਨੇਡਾ ਅਤੇ ਇੰਡੀਆ ਦੇ ਗੈਂਗਸਟਰਸ ਦੇ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਦੇ ਨੈਟਵਰਕ ਹੈ ਉਹਨਾਂ ਦੇ ਵਿੱਚ ਵੀ ਕਾਫੀ ਤਾਲਮੇਲ ਹੈਗੀ ਹੈ, ਨਜ਼ਰ ਆਇਆ ਸਾਹਮਣੇ। ਤਾਂ ਇਹ ਚੀਜ਼ਾਂ ਵੱਧਦੀਆਂ ਚਲੀਆਂ ਜਾਣਗੀਆਂ ਅਗਰ ਇਹਨੂੰ ਨੱਥ ਨਾ ਪਾਈ ਗਈ। ਔਰ ਇੰਡੀਆ ਅਤੇ ਕੈਨੇਡਾ ਦੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ਼ਿਪ ਹੈ ਜਾਂ ਡਿਪਲੋਮੈਟਸ ਹੈ, ਉਹਨਾਂ ਨੂੰ ਬੈਠ ਕੇ ਇਸ ਚੀਜ਼ ਦੇ ਬਾਰੇ ਗੰਭੀਰਤਾ ਦੇ ਨਾਲ ਡਿਸਕਸ ਕਰਨਾ ਚਾਹੀਦਾ। ਅਦਰਵਾਈਜ਼ ਇਹ ਜਿਹੜੇ ਰਿਲੇਸ਼ਨ ਹੈ ਇਹ ਕਾਫੀ ਜ਼ਿਆਦਾ ਖਰਾਬ ਹੋਣਗੇ ਔਰ ਉਹਦਾ ਇੰਪੈਕਟ ਜਿਹੜਾ ਹੋਗਾ, ਕਿਉਂਕਿ ਕੈਨੇਡਾ ਇੱਕ ਵੈਸਟਰਨ ਜਿਹੜੇ ਕੰਟਰੀਜ਼ ਹੈ ਉਹਨਾਂ ਵਿੱਚੋਂ ਕੈਨੇਡਾ ਦਾ ਇੱਕ ਇੰਪੋਰਟੈਂਟ ਜਗ੍ਹਾ ਹੈਗੀ ਹੈ। ਉਹ ਇੰਪੋਰਟੈਂਟ ਜਗ੍ਹਾ ਜਿਹੜੀ ਹੈਗੀ ਹੈ ਉਹਦੀ ਵਜ੍ਹਾ ਕਰਕੇ ਆਪਾਂ ਕੈਨੇਡਾ ਨੂੰ ਇਗਨੋਰ ਨਹੀਂ ਕਰ ਸਕਦੇ। ਦੂਸਰੇ, ਕੈਨੇਡਾ ਦੇ ਵਾਸਤੇ ਇੰਡੀਆ ਇੱਕ ਵੱਡੀ ਮਾਰਕੀਟ ਹੈ, ਕੈਨੇਡਾ ਬੜੀਆਂ ਚੀਜ਼ਾਂ ਇੱਥੇ ਐਕਸਪੋਰਟ ਕਰ ਸਕਦਾ ਹੈ। ਕੈਨੇਡਾ ਦੇ ਰਿਲੇਸ਼ਨਸ਼ਿਪ ਇਸ ਕਰਕੇ ਵੀ ਹੈਗੇ ਆ ਵੀ ਇੱਥੇ ਪੰਜਾਬੀ ਕਾਫੀ ਉੱਥੇ ਰਹਿੰਦੇ ਆ। ਇਸ ਕਰਕੇ ਕੁਝ ਲੋਕਾਂ ਨੂੰ ਅਗਰ ਆਪਾਂ ਸਾਹਮਣੇ ਰੱਖ ਕੇ ਉਹ ਬੰਦੇ ਜਿਹੜੇ ਕਿ ਰਿਲੇਸ਼ਨ ਖਰਾਬ ਕਰਾਉਣ 'ਤੇ ਤੁਲੇ ਹੋਏ ਹੈ, ਚਾਹੇ ਉਹ ਖਾਲਿਸਤਾਨੀ ਐਲੀਮੈਂਟ ਹੈ, ਚਾਹੇ ਕੋਈ ਹੋਰ ਐਲੀਮੈਂਟ ਹੈ, ਅਗਰ ਉਹਨਾਂ ਨੂੰ ਤੁਸੀਂ ਨੱਥ ਨਾ ਪਾਈ ਤਾਂ ਦੋਨਾਂ ਕੰਟਰੀਜ਼ ਦੇ ਵਿੱਚ ਰਿਲੇਸ਼ਨ ਜਿਹੜੇ ਹੈਗੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਤੇ ਸਰ ਹੁਣ ਜੇਕਰ ਗੱਲ ਕਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਦੋਂ ਅਗਰ ਭਾਰਤ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੇ ਵਿੱਚ ਹਰ ਇੱਕ ਨੂੰ ਪਿਆਰ ਦੇ ਨਾਲ ਰਹਿਣ ਦੀ ਅਤੇ ਪਿਆਰ ਦੇ ਨਾਲ ਵਰਤਾਵਾ ਕਰਨ ਦੀ ਗੱਲ ਕਹੀ ਜਾਂਦੀ ਹੈ। ਅਤੇ ਉੱਥੇ ਹੀ ਜਦੋਂ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਜੀ ਹਰ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਟੂਰ ਕਰਦੇ ਨੇ, ਟੂਰ ਦੌਰਾਨ ਸਮਝੌਤਿਆਂ ਦੀ ਗੱਲ ਕਰੀਏ ਜਾਂ ਫਿਰ ਕਹਿ ਲਈਏ ਕਿ ਵਿਵਸਾਏ ਨੂੰ ਵਧਾਉਣ ਦੀ ਗੱਲ ਕਰਦੇ ਨੇ ਕਿ ਜੇਕਰ ਹੁਣ ਇਸ ਤਰ੍ਹਾਂ ਦੀਆਂ ਚਰਚਾਵਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਦੇਸ਼ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਊਗਾ? ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਦਾ ਪ੍ਰਭਾਵ ਦੇਸ਼ ਦੇ ਉੱਪਰ ਪੈਣਾ ਹੈ
ਜਿੱਥੇ ਤੱਕ ਤੁਹਾਡੀ ਜਿਹੜਾ ਸਵਾਲ ਹੈ ਕਿ ਇੰਡੀਆ ਦੇ ਵਿੱਚ ਬੜਾ ਗੁੱਡ ਰਿਲੇਸ਼ਨਸ ਤੇ ਹੋਰ ਸਾਰਾ ਕੁਝ ਹੈ, ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈ। ਇੱਥੇ ਵੀ ਬੜੀਆਂ ਪ੍ਰੋਬਲਮਸ ਹੈ। ਇੱਥੇ ਵੀ ਪਾਰਟਿਕੂਲਰ ਕਮਿਊਨਿਟੀਜ਼ ਦੇ ਉੱਪਰ ਜਿਵੇਂ ਜ਼ੁਲਮ ਤੇ ਅਤਿਆਚਾਰ ਜਾਂ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਨਾ, ਇਹ ਆਪਾਂ ਦੇਖ ਹੀ ਰਹੇ ਹਾਂ। ਲੇਕਿਨ ਜਿਸ ਵੇਲੇ ਦੋ ਕੰਟਰੀ, ਉਹ ਸਾਡਾ ਇੰਟਰਨਲ ਪ੍ਰੋਬਲਮ ਹੈ। ਜਿਹੜੀਆਂ ਦੋ ਕੰਟਰੀਜ਼ ਦੇ ਵਿੱਚ ਆਪਸ 'ਚ ਅਗਰ ਲੜਾਈ ਝਗੜਾ ਰਹਿੰਦਾ ਹੈ, ਔਰ ख़ास तौर पर ਜਿਹੜੇ ਦੋਨੇ ਕੰਟਰੀ ਇੱਕ ਦੂਸਰੇ ਵਾਸਤੇ ਇੰਪੋਰਟੈਂਟ ਹੈ, ਅਗਰ ਇਹ ਕੰਮ ਚੱਲਦਾ ਰਿਹਾ ਤਾਂ ਦੋਨਾਂ ਕੰਟਰੀਜ਼ ਵਾਸਤੇ, ਦੋਨਾਂ ਕੰਟਰੀਆਂ ਦੀ ਅਰਥ ਵਿਵਸਥਾ ਵਾਸਤੇ ਉਹ ਠੀਕ ਨਹੀਂ ਹੈ। ਤਾਂ ਸਰ ਜੇਕਰ ਹੁਣ ਇਸ ਤਰ੍ਹਾਂ ਹੀ ਚੱਲਦਾ ਰਿਹਾ, ਜਿਉਂ ਕਿ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਨੇ ਆਰੋਪ ਲਗਾਏ, ਇੱਧਰੋਂ ਭਾਰਤ ਵੱਲੋਂ ਜਵਾਬ ਚਲਾ ਗਿਆ, ਤਾਂ ਕੀ ਜੇਕਰ ਇਸ ਤਰ੍ਹਾਂ ਹੀ ਸਵਾਲਾਂ ਦਾ ਜਵਾਬ ਜਿਹੜੇ ਅਗਰ ਇੱਧਰੋਂ ਇਸ ਪਾਸੋਂ ਜਾਂ ਉਸ ਪਾਸੋਂ ਲਗਾਤਾਰ ਚੱਲਦੇ ਰਹਿਣਗੇ, ਆਰੋਪ ਲੱਗਦੇ ਰਹਿਣਗੇ, ਤੇ ਫਿਰ ਦਿਸ਼ਾ ਕਿਸ ਵੱਲ ਨੂੰ ਜਾਏਗੀ? ਦੇਸ਼ ਕਿਸ ਵੱਲ ਨੂੰ ਦੇਖੋ ਜਾਏਗਾ? ਇੱਦਾਂ ਹੈ ਕਿਸ ਤਰੀਕੇ ਨਾਲ ਕਿ ਹੋਏਗਾ? ਅਗਰ ਤੁਸੀਂ ਇੱਕ ਦੂਸਰੇ ਪਰ ਇਲਜ਼ਾਮ ਲਾਉਂਦੇ ਹੋ, ਇਹ ਇੱਕ ਐਂਡਲੈਸ ਪ੍ਰੋਸੈਸ ਹੈ। ਤੁਸੀਂ ਕੁਝ ਕਹੋਗੇ, ਦੂਸਰਾ ਕੰਟਰੀ ਕੁਝ ਕਹੇਗਾ, ਬਜਾਏ ਇਸ ਦੇ ਕਿ ਤੁਸੀਂ ਮੋੜਾ ਪਾਓ ਔਰ ਮੁੜ ਬੈਠ ਕੇ ਵਿਚਾਰ ਵਿਮਰਸ਼ ਕਰੋ। ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਅਸੀਂ ਸੁਣੀਏ, ਸਾਡੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਸੁਣਨ ਤੇ ਕੋਈ ਹੱਲ ਨਿਕਲੇ, ਤਾਂ ਕਿ ਅੱਗੇ ਜਿਹੜੇ ਹੈਗੇ ਸਾਡੇ ਡਿਪਲੋਮੈਟਿਕ ਜਿਹੜੇ ਸਬੰਧ ਹੈ ਉਹ ਹੋਰ ਜ਼ਿਆਦਾ ਖਰਾਬ ਨਾ ਹੋਣ। ਇਸ ਕਰਕੇ ਇੱਧਰ ਮੁੜਨਾ ਪਏਗਾ। ਜਿੱਥੇ ਤੱਕ ਇਲਜ਼ਾਮਾਂ ਦਾ ਸਵਾਲ ਹੈ, ਉਹ ਇੱਕ ਐਂਡਲੈਸ ਹੈ। ਅਗਰ ਆਪਾਂ ਹਿਊਮਨ ਰਿਲੇਸ਼ਨ 'ਚ ਵੀ ਦੇਖਦੇ ਹਾਂ, ਅਗਰ ਮੈਂ ਕੋਈ ਤੁਹਾਡੇ ਪਰ ਇਲਜ਼ਾਮ ਲਾਉਂਗਾ, ਤੁਸੀਂ ਦੂਸਰਾ ਮੇਰੇ ਤੇ ਲਾਓਗੇ, ਉਹ ਵੱਧਦਾ ਚਲਾ ਜਾਏਗਾ। ਇਸੇ ਤਰੀਕੇ ਦੇ ਨਾਲ ਕੰਟਰੀਜ਼ ਦੇ ਵਿੱਚ ਵੀ, ਸਬੂਤਾਂ ਦੇ ਆਧਾਰ ਤੇ ਗੱਲ ਕਰਨੀ। ਇਸੇ ਕਰਕੇ ਕੰਟਰੀਜ਼ ਦੇ ਵਿੱਚ ਵੀ ਜਿਹੜਾ ਹੈਗਾ, ਅਗਰ ਇਸੇ ਚੱਲਦਾ ਰਹੇਗਾ ਤਾਂ ਚੱਲਦਾ ਰਹੇਗਾ। ਅਗਰ ਕੈਨੇਡਾ ਦੀ ਗਵਰਨਮੈਂਟ ਕੋਲ ਕੋਈ ਇਸ ਤਰ੍ਹਾਂ ਦੇ ਸਬੂਤ ਹੈ ਜਿਹਦੇ ਬੇਸ 'ਤੇ ਉਹ ਕਹਿ ਰਹੇ ਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਇਨਵੋਲਵਡ ਹੈ ਜਾਂ ਇੰਡੀਆ ਦੀ ਕੋਈ ਏਜੰਸੀਜ਼ ਇਨਵੋਲਵਡ ਹੈ, ਉਹ ਸਬੂਤ ਜਿਹੜੇ ਹੈਗੇ ਆ ਉਹ ਸਰਕਾਰ ਨੂੰ ਪੇਸ਼ ਕਰਨੇ ਚਾਹੀਦੇ ਆ। ਸਰਕਾਰ ਉਹਨਾਂ ਦੇ ਬਾਰੇ ਸੋਚੇਗੀ, ਵਿਚਾਰ ਕਰੇਗੀ। ਅਗਰ ਹੈ ਤਾਂ ਉਹ ਅੱਗੇ ਵਧਣਾ ਚਾਹੀਦਾ। ਇਹ ਨਹੀਂ ਹੈ ਕਿ ਤੁਸੀਂ ਬਿਨਾਂ ਕਿਸੇ ਸਬੂਤ ਜਾਂ ਬਿਨਾਂ ਕਿਸੇ ਚੀਜ਼ ਨੂੰ ਪਬਲਿਕ ਡੋਮੇਨ 'ਚ ਲਿਆਂਦੇ ਤੁਸੀਂ, ਅਗਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਤਾਂ ਨੈਚੁਰਲੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਚੀਜ਼ ਹੈ ਜਿਹਦੀ ਵਜ੍ਹਾ ਕਰਕੇ, ਅਦਰਵਾਈਜ਼ ਕੋਈ ਵੀ ਰਿਸਪੌਂਸੀਬਲ ਲੀਡਰ ਜਿਹੜਾ ਹੈਗਾ ਉਹ ਆਪਣੀ ਪਾਰਲੀਮੈਂਟ ਦੇ ਵਿੱਚ ਬਿਨਾਂ ਤੱਤਾਂ 'ਤੇ ਤਾਂ ਗੱਲ ਨਹੀਂ ਕਰੇਗਾ। ਅਗਰ ਉਹਨਾਂ ਕੋਲੋਂ ਤੱਥ ਹੈ, ਉਹ ਇੰਡੀਅਨ ਗਵਰਨਮੈਂਟ ਦੇ ਸਾਹਮਣੇ ਰੱਖਣੇ ਚਾਹੀਦੇ ਜੀ। G20 ਸਮਿਟ ਦੇ ਵਿੱਚ ਜਦੋਂ ਜਸਟਿਨ ਟਰੂਡੋ ਪਹੁੰਚੇ ਸੀ, ਤਾਂ ਉਹਦੇ ਵਿੱਚ ਜਿਹੜੀ ਚਰਚਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਹੋਈਆਂ ਸੀ, ਤਾਂ ਉਹ ਜਿਹੜੀਆਂ ਮਾਨਤਾ ਉਸ ਗੱਲਾਂ ਨੂੰ ਨਹੀਂ ਦਿੱਤੀਆਂ ਗਈਆਂ ਨੇ, ਉਸ ਆਫਰ ਨੂੰ, ਜਾਂ ਕਹਿ ਲਈਏ ਕਿ ਉਹ ਉਹਨਾਂ ਦੇ ਬਿਆਨਾਂ ਨੂੰ ਖਾਰਜ ਕਰਤਾ, ਵੀ ਕਹਿਤਾ ਵੀ ਇਹ ਚੀਜ਼ਾਂ ਹਾਲੇ ਨਹੀਂ ਹੋਣਗੀਆਂ। ਕੀ ਲੱਗਦਾ ਕਿ ਇਸ ਚੀਜ਼ ਦਾ ਰੋਸ਼ ਉਹਨਾਂ ਦੇ ਮਨ 'ਚ ਵਿੱਚ ਸੀਗਾ, ਤੇ ਹੁਣ ਜਿਹੜਾ ਰੋਸ਼ ਵਜੋਂ ਉਹਨਾਂ ਨੇ ਆਹ ਬਿਆਨ ਦਿੱਤਾ, ਆਹ ਜਿਹੜੀ ਚੀਜ਼ਾਂ ਨੇ ਹੁਣ ਰੋਸ਼ ਜਿਹੜਾ ਹੈਗਾ, ਜਾਂ ਇਹ ਸਮਝ ਲਓ ਕਿ ਡਿਫਰੈਂਸਿਸ ਜਿਹੜੇ ਹੈਗੇ ਆ ਦੋਨਾਂ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰਸ ਦੇ ਵਿੱਚ ਜਾਂ ਜਸਟਿਨ ਟਰੂਡੋ ਦੇ ਦਿਲ ਦੇ ਵਿੱਚ, ਉਹ ਅੱਜ ਦੇ ਨਹੀਂ ਹਨ, ਬੜੀ ਦੇਰ ਤੋਂ ਚੱਲ ਰਹੇ ਆ। ਉਹ ਹੌਲੀ ਹੌਲੀ ਸਾਹਮਣੇ ਆ ਰਹੇ ਆ। ਉਹਨਾਂ ਦੀ ਕਲਮੀਨੇਸ਼ਨ ਇਹ ਹੈਗੀ ਹੈ ਕਿ ਉਹਨਾਂ ਨੇ ਆ ਬਿਆਨ ਦੇ ਦਿੱਤਾ, ਔਰ ਉਹਦੀ ਨਿਖੇਧੀ ਜਿਹੜੀ ਸੀਗੀ ਉਹ ਜਿਹੜਾ ਹੈਗਾ ਸਾਡੀ ਡਿਪਲੋਮੈਟਿਕ ਜਿਹੜੇ ਸਾਡੇ ਫੋਰਨ ਸੈਕਟਰੀ ਵਗੈਰਾ ਉਹਨਾਂ ਨੇ ਕੀਤੀ ਹੈ, ਔਰ ਕਰਨੀ ਵੀ ਚਾਹੀਦੀ ਹੈ ਜਦ ਤੱਕ ਕਿ ਤੱਥ ਸਾਹਮਣੇ ਨਹੀਂ ਰੱਖੇ ਜਾਂਦੇ, ਐਵੀਡੈਂਸ ਸਾਹਮਣੇ ਨਹੀਂ ਰੱਖੀ ਜਾਂਦੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਐਵੀਡੈਂਸ ਦੇ ਉੱਪਰ ਬੇਸਡ ਹੁੰਦੀਆਂ। ਤਾਂ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਤਾਂ ਇਹ ਸਨ ਪ੍ਰੋਫੈਸਰ ਮੁਹੰਮਦ ਖਾਨ। ਤਾਂ ਹੁਣ ਜੇਕਰ ਗੱਲ ਕਰੀਏ ਇੰਡੀਆ ਦੀ, ਤਾਂ ਇੰਡੀਆ ਅਤੇ ਕੈਨੇਡਾ ਦੇ ਵਿਚਕਾਰ ਜੋ ਵਿਵਾਦ ਚੱਲ ਰਹੇ ਨੇ, ਜਿਹੜੇ ਆਰੋਪ ਚੱਲ ਰਹੇ ਨੇ, ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਮੋੜ ਆਉਂਦਾ, ਜਾਂ ਫਿਰ ਇਹ ਜਿਹੜੇ ਇਲਜ਼ਾਮ ਨੇ ਲਗਾਤਾਰ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਕੈਮਰਾਮੈਨ ਅਸ਼ੋਕ ਦੇ ਨਾਲ ਸਨੀ ਹਟਵਾਲ, ਚੰਡੀਗੜ੍ਹ।